ਹੈਲੋ ਸਟੂਡੈਂਟਸ, ਅਸੀਂ ਅੱਜ ਦੀ ਵੀਡੀਓ ਵਿੱਚ ਡਿਸਕਸ ਕਰਾਂਗੇ ਪ੍ਰਿਜ਼ਮ। ਪ੍ਰਿਜ਼ਮ ਕੀ ਹੁੰਦਾ? ਅਗਰ ਅਸੀਂ ਦੋ ਰੀਫਰੈਕਟਿੰਗ ਸਰਫੇਸਿਸ ਨੂੰ ਇੱਕ ਐਂਗਲ 'ਤੇ ਇਨਕਲਾਈਨ ਕਰੀਏ ਤਾਂ ਸਾਡੇ ਕੋਲੋਂ ਪ੍ਰਿਜ਼ਮ ਦੀ ਫੋਰਮੇਸ਼ਨ ਹੁੰਦੀ ਆ। ਗਲਾਸ ਸਲੈਬ ਦੇ ਵਿੱਚ ਜਿਹੜੀਆਂ ਰਿਫਰੈਕਟਿੰਗ ਸਰਫੇਸਿਸ ਸੀਗੀਆਂ ਆਪਸ 'ਚ ਕੀ ਸੀ, ਉਹ ਪੈਰਲਲ ਸੀ। ਅਗਰ ਮੈਂ ਗਲਾਸ ਸਲੈਬ ਦੀ ਗੱਲ ਕਰਾਂ, ਰੀਫਰੈਕਟਿੰਗ ਸਰਫੇਸਿਸ ਜਿਹੜੀਆਂ ਸੀ ਆਪਸ 'ਚ ਹੀ ਪੈਰਲਲ ਸਨ। ਲੇਕਿਨ ਪ੍ਰਿਜ਼ਮ ਦੇ ਵਿੱਚ ਜਿਹੜੇ ਰੀਫਰੈਕਟਿੰਗ ਸਰਫੇਸਿਸ ਆ ਆਪਸ ਦੇ ਵਿੱਚ ਇੱਕ ਐਂਗਲ 'ਤੇ ਇਨਕਲਾਈਨਡ, ਅਸੀਂ ਇਸ ਐਂਗਲ ਨੂੰ ਬੋਲਾਂਗੇ ਐਂਗਲ ਆਫ ਪ੍ਰਿਜ਼ਮ। ਸਮੋਲ ਕੈਪੀਟਲ ਏ ਐਂਗਲ ਇਜ਼ ਨੋਨ ਐਜ਼ ਐਂਗਲ ਆਫ ਪ੍ਰਿਜ਼ਮ। ਦੋ ਰੀਫਰੈਕਟਿੰਗ ਸਰਫੇਸਿਸ ਆਪਸ ਵਿੱਚ ਇੱਕ ਐਂਗਲ 'ਤੇ ਇਨਕਲਾਈਨਡ ਆ। ਨੀਚੇ ਜਿਹੜਾ ਬੇਸ ਆ BEFC ਨੂੰ ਅਸੀਂ ਬੋਲਾਂਗੇ ਬੇਸ ਆਫ ਦਾ ਪ੍ਰਿਜ਼ਮ। ਜਿਹੜੀ ਇਹ ਵਾਲੀ ਸਰਫੇਸ ਆ ਜਾਂ ਇਹ ਸਰਫੇਸ ਆ, ਇਹ ਦੋਨੋਂ ਰੀਫਰੈਕਟਿੰਗ ਸਰਫੇਸਿਸ ਆ, ਤਾਂ ਅਸੀਂ ਇਸ ਨੂੰ ਬੋਲਾਂਗੇ ਰੀਫਰੈਕਟਿੰਗ ਐਜ। ਐਂਡ ਸੈਕਸ਼ਨ ABC ਸੈਕਸ਼ਨ ਜਿਹੜਾ ਬੇਸ ਦੇ ਉੱਪਰ ਕੀ ਹੈ, ਪਰਪੈਂਡੀਕੂਲਰਲੀ ਸਟੈਂਡ ਹੋਇਆ, ਅਸੀਂ ਇਸ ਨੂੰ ਬੋਲਾਂਗੇ ਪ੍ਰਿੰਸੀਪਲ ਸੈਕਸ਼ਨ ਆਫ ਦਾ ਪ੍ਰਿਜ਼ਮ। ਨੈਕਸਟ ਸਾਡੇ ਕੋਲ ਰੇ ਡਾਇਗਰਾਮ ਆ ਪ੍ਰਿਜ਼ਮ ਦੀ। ਮੇਰੇ ਕੋਲ ਇੱਕ ਪ੍ਰਿਜ਼ਮ ਆ, ਇੰਸੀਡੈਂਟ ਰੇ ਆਫ ਲਾਈਟ ਆ ਰਹੀ ਆ, ਇੱਥੇ ਨੋਰਮਲ ਆ ਐਨ ਡੈਸ਼। ਇੰਸੀਡੈਂਟ ਰੇ ਨੋਰਮਲ ਦੇ ਨਾਲ ਐਂਗਲ ਆਫ ਇੰਸੀਡੈਂਸ ਬਣਾ ਰਹੀ ਆ ਸਮੋਲ ਆਏ। ਦੈਨ ਆਫਟਰ ਰਿਫਰੈਕਸ਼ਨ it will make the angle of refraction R1 with the normal. Again at this point it will make angle of refraction R2 with the normal. Refraction होने तो बाद जो रे प्रिज्म तो बाहर जाएगी, जी इमरजेंट रे है, इमरजेंट रे ये बनाएंगी एंगल ऑफ स्मॉल e एंड that is called angle of emergence. This is angle of prism A, B and C. ਨੈਕਸਟ ਸਾਡੇ ਕੋਲ ਐਂਗਲ ਆਫ ਡੈਵੀਏਸ਼ਨ। ਅਗਰ ਸਾਡੇ ਕੋਲ ਪ੍ਰਿਜ਼ਮ ਨਾ ਹੁੰਦਾ ਤਾਂ ਰੇ ਸਾਡੀ ਕੁਛ ਇੱਧਰ ਜਾਣੀ ਸੀ, ਲੇਕਿਨ ਸਾਡੀ ਰੇ ਹੁਣ ਇਸ ਡਾਇਰੈਕਸ਼ਨ ਵੱਲ ਬੈਂਡ ਹੋ ਗਈ ਟੁਵਾਰਡਸ ਦਾ ਡਾਇਰੈਕਸ਼ਨ ਆਫ ਇੰਸੀਡੈਂਟ ਰੇ। ਦਿਸ ਇਜ਼ ਇੰਸੀਡੈਂਟ ਰੇ, ਦਿਸ ਇਜ਼ ਨੋਨ ਐਜ਼ ਐਂਗਲ ਆਫ ਡੈਵੀਏਸ਼ਨ। ਐਂਗਲ ਆਫ ਡੈਵੀਏਸ਼ਨ ਮੀਨਸ ਇੱਕ ਜਿਹੜੀ ਰੇ ਆ ਕਿਸ ਐਂਗਲ 'ਤੇ ਬੈਂਡ ਹੋ ਗਈ ਡਿਊ ਟੂ ਦਾ ਪ੍ਰੈਜੈਂਸ ਆਫ ਪ੍ਰਿਜ਼ਮ। ਜਿਹੜੀ ਇਮਰਜੈਂਟ ਰੇ ਆ ਇੰਸੀਡੈਂਟ ਰੇ ਦੀ ਡਾਇਰੈਕਸ਼ਨ ਦੇ ਵਿੱਚ ਹੀ ਬੈਂਡ ਹੋ ਗਈ ਆ, ਅਤੇ ਜਿਸ ਐਂਗਲ 'ਤੇ ਬੈਂਡ ਹੋਈ ਆ ਅਸੀਂ ਉਸ ਨੂੰ ਬੋਲਾਂਗੇ ਐਂਗਲ ਆਫ ਡੈਵੀਏਸ਼ਨ। ਜਿਹੜਾ ਐਂਗਲ ਆਫ ਪ੍ਰਿਜ਼ਮ ਹੁੰਦਾ ਇਟ ਇਜ਼ ਇਕੁਅਲ ਟੂ ਸਮ ਆਫ ਐਂਗਲ ਆਫ ਰਿਫਰੈਕਸ਼ਨ R1 ਪਲੱਸ ਐਂਗਲ ਆਫ ਰਿਫਰੈਕਸ਼ਨ R2. Similarly, sum of angle of prism and angle of deviation will always equals to angle of incidence plus angle of emergence.